Students, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Today we are going to start your next chapter, that is soil. soil ਬਾਰੇ ਤੁਸੀਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ. soil ਨੂੰ ਕੀ ਕਹਿੰਦੇ ਆ? ਮਿੱਟੀ ਵੀ ਕਹਿੰਦੇ ਆ. ਔਰ soil ਜਿਹੜਾ ਵਾ that is a natural resource ਮਤਲਬ ਇਹ ਇੱਕ ਕੁਦਰਤੀ ਸੋਮਾ ਵਾ. ਇਹ ਪੌਦਿਆਂ ਨੂੰ ਗਰੋ ਕਰਨ ਦੇ ਲਈ ਉਹਨਾਂ ਨੂੰ ਸਪੋਰਟ ਦਿੰਦਾ. ਇਟ ਸਪੋਰਟਸ ਦਾ ਗਰੋਥ ਆਫ ਪਲਾਂਟਸ. ਅਤੇ ਕਿਵੇਂ ਸਪੋਰਟ ਉਹਨਾਂ ਨੂੰ ਕਰਦਾ ਵਾ ਪੌਦਿਆਂ ਨੂੰ? ਕਿ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਵਾ ਉਹਨਾਂ ਨੂੰ ਮਿੱਟੀ ਦੇ ਵਿੱਚ ਪਕੜ ਕੇ ਮਿੱਟੀ ਜਿਹੜੀ ਆ ਉਹਨਾਂ ਪੌਦੇ ਦੀਆਂ ਜੜ੍ਹਾਂ ਨੂੰ ਪਕੜ ਕੇ ਰੱਖਦੀ ਆ. ਫਿਰ ਜਿਹੜਾ ਪਾਣੀ ਅਤੇ ਨਿਊਟਰੀਐਂਟਸ ਆ ਉਹਨਾਂ ਨੂੰ ਵੀ ਜਿਹੜੀਆਂ ਪੌਦੇ ਦੀਆਂ ਜੜ੍ਹਾਂ ਹੁੰਦੀਆਂ ਵਾ ਉਹ ਮਿੱਟੀ ਦੇ ਵਿੱਚੋਂ ਐਬਜ਼ੋਰਬ ਕਰਕੇ ਅਤੇ ਪੌਦੇ ਨੂੰ ਪਹੁੰਚਾਉਂਦੀਆਂ ਵਾ. ਫਿਰ ਜਿਹੜੀ ਮਿੱਟੀ ਆ ਦੈਟ ਇਜ਼ ਆਲਸੋ ਏ ਹੋਮ ਫॉर ਮੈਨੀ ਆਰਗੈਨਿਜ਼ਮ, ਕਿ ਇਹ ਬਹੁਤ ਸਾਰੇ ਜਾਨਵਰਾਂ ਦੇ ਘਰ ਵੀ ਆ, ਬਹੁਤ ਸਾਰੇ ਆਰਗੈਨਿਜ਼ਮਸ ਦਾ ਘਰ ਵੀ ਆ. ਜਿਵੇਂ ਬਹੁਤ ਸਾਰੇ ਆਰਗੈਨਿਜ਼ਮ ਜਿਹੜੇ ਆ ਉਹ ਮਿੱਟੀ ਦੇ ਵਿੱਚ ਆਪਣੇ ਘਰ ਬਣਾਉਂਦੇ ਆ, ਜਿਵੇਂ ਸਕਰਲ ਆ, ਰੋਡੈਂਟਸ ਆ, ਜਾਂ ਹੋਰ ਬਹੁਤ ਸਾਰੇ ਜਿਵੇਂ ਅਰਥਵਾਰਮ ਆ, ਸਨੇਕ ਆ. ਇਹ ਸਾਰੇ ਆਰਗੈਨਿਜ਼ਮ ਜਿਹੜੇ ਆ ਇਹ ਮਿੱਟੀ ਦੇ ਵਿੱਚ ਆਪਣਾ ਘਰ ਬਣਾਉਂਦੇ ਆ. ਫਿਰ ਸੋਇਲ ਜਿਹੜੀ ਹੈ ਦੈਟ ਇਜ਼ ਆਲਸੋ ਇਸੈਂਸ਼ੀਅਲ ਫॉर ਐਗਰੀਕਲਚਰ, ਕਿ ਖੇਤੀਬਾੜੀ ਦੇ ਲਈ ਵੀ ਐਗਰੀਕਲਚਰ ਜਿਹੜੀ ਆ ਉਹ ਬੜੀ ਜ਼ਰੂਰੀ ਆ. ਖੇਤੀ ਦੇ ਲਈ ਵੀ ਜਿਹੜੀ ਮਿੱਟੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਮਿੱਟੀ ਤੋਂ ਬਿਨਾਂ ਪੌਦੇ ਗਰੋ ਨਹੀਂ ਕਰ ਸਕਦੇ. ਐਗਰੀਕਲਚਰ ਦਾ ਕੀ ਮਤਲਬ ਆ? ਕਿ ਐਗਰੀਕਲਚਰ ਜਿਹੜੀ ਆ ਉਹ ਕਿਸੇ ਵੀ ਫਸਲ ਦੀ ਖੇਤੀ ਕਰਨਾ ਜਿਹੜਾ ਸਾਨੂੰ ਭੋਜਨ, ਕਲੋਥਿੰਗ ਐਂਡ ਸ਼ੈਲਟਰ, ਸਹਾਰਾ, ਕਿ ਇਹ ਤਿੰਨੋਂ ਚੀਜ਼ਾਂ ਸਾਨੂੰ ਖੇਤੀਬਾੜੀ ਤੋਂ ਮਿਲਦੀਆਂ ਵਾ. ਭੋਜਨ, ਕਲੋਥਿੰਗ ਐਂਡ ਸ਼ੈਲਟਰ. ਇਸ ਤਰੀਕੇ ਦੇ ਨਾਲ ਜੋ ਅਸੀਂ ਉੱਪਰ ਮਿੱਟੀ ਬਾਰੇ ਪੜ੍ਹਿਆ, ਇਸ ਤੋਂ ਫਿਰ ਕੀ ਸਿੱਧ ਹੁੰਦਾ, ਕੀ ਪ੍ਰੂਵ ਹੁੰਦਾ ਵਾ? ਕਿ ਸੋਇਲ ਇਜ਼ ਇਨਸੈਪਰੇਬਲ ਪਾਰਟ ਆਫ ਆਵਰ ਲਾਈਫ, ਯਾਨੀ ਕਿ ਇਹ ਇੱਕ ਅਨਿੱਖੜਵਾਂ ਅੰਗ ਆ ਸਾਡੇ ਜੀਵਨ ਦਾ. ਫਿਰ ਆਪਾਂ ਦੇਖਿਆ ਹੋਏਗਾ ਕਿ ਜਦੋਂ ਬਾਰਿਸ਼ ਹੁੰਦੀ ਆ ਅਤੇ ਬਾਰਿਸ਼ ਤੋਂ ਬਾਅਦ ਇੱਕਦਮ ਮਿੱਟੀ ਦੀ ਜਿਹੜੀ ਸਮੈਲ ਆਉਂਦੀ ਆ ਉਹਨੂੰ ਅਗਰ ਤੁਸੀਂ ਮਹਿਸੂਸ ਕੀਤਾ ਹੋਵੇ ਤਾਂ ਉਹ ਬੜਾ ਮਾਈਂਡ ਨੂੰ ਰਿਫਰੈਸ਼ ਕਰਦੀ ਆ, ਤਾਜ਼ਗੀ ਦਿੰਦੀ ਆ. ਹੁਣ ਨੈਕਸਟ ਟੋਪਿਕ ਇਜ਼ ਸੋਇਲ ਟੀਮਿੰਗ ਵਿਦ ਲਾਈਫ, ਯਾਨੀ ਕਿ ਮਿੱਟੀ ਜਿਹੜੀ ਆ ਉਹ ਜੀਵਨ ਭਰਪੂਰ ਆ, ਜ਼ਿੰਦਗੀ ਦੇ ਨਾਲ ਭਰਪੂਰ ਆ. ਉਹਨਾਂ ਕਿਹਾ ਕਿ ਇੱਕ ਦਿਨ ਪਹੇਲੀ ਅਤੇ ਬੂਝੋ ਜਿਹੜੇ ਆ ਉਹ ਰੇਨੀ ਸੀਜ਼ਨ ਦੇ ਵਿੱਚ ਕੀ ਦੇਖਦੇ ਆ ਕਿ ਅਰਥਵਾਰਮ ਜਿਹੜੇ ਆ ਉਹ ਮਿੱਟੀ ਦੇ ਵਿੱਚੋਂ ਬਾਹਰ ਆ ਰਹੇ ਆ. ਅਤੇ ਪਹੇਲੀ ਜਿਹੜੀ ਆ ਉਹ ਬੜੀ ਹੈਰਾਨ ਹੁੰਦੀ ਆ ਕਿ ਕੀ ਇਹਦੇ ਵਿੱਚ ਮਿੱਟੀ ਦੇ ਵਿੱਚ ਸਿਰਫ ਅਰਥਵਾਰਮ ਹੀ ਹੁੰਦਾ ਕਿ ਜਾਂ ਇਸ ਤੋਂ ਇਲਾਵਾ ਵੀ ਹੋਰ ਆਰਗੈਨਿਜ਼ਮ ਮਿੱਟੀ ਦੇ ਵਿੱਚ ਹੁੰਦੇ ਆ. ਲੈਟ ਅਸ ਫਾਈਂਡ ਆਊਟ. ਅਸੀਂ ਐਕਟੀਵਿਟੀ 9.1 ਦੇ ਨਾਲ ਫਾਈਂਡ ਆਊਟ ਕਰਾਂਗੇ ਕਿ ਕੀ ਵਾਕਿਆ ਹੀ ਮਿੱਟੀ ਦੇ ਵਿੱਚ ਅਰਥਵਾਰਮ ਤੋਂ ਇਲਾਵਾ ਵੀ ਆਰਗੈਨਿਜ਼ਮ ਹੁੰਦੇ ਆ. ਯਾਨੀ ਕਿ ਕੀ ਕਰਾਂਗੇ ਐਕਟੀਵਿਟੀ 'ਚ ਅਸੀਂ ਜਿਹੜੀ ਮਿੱਟੀ ਆ ਉਹਨੂੰ ਕਲੈਕਟ ਕਰਾਂਗੇ, ਉਹਦੇ ਸੈਂਪਲਸ ਕਿੱਥੋਂ ਲਵਾਂਗੇ. ਜਿਵੇਂ ਤੁਹਾਡੇ ਆ ਟੇਬਲ ਬਣਿਆ ਹੋਇਆ ਵਾ ਕਿ ਮੰਨ ਲਓ ਅਸੀਂ ਗਾਰਡਨ ਸੋਇਲ ਬਗੀਚੇ 'ਚੋਂ ਲੈ ਲਈ ਮਿੱਟੀ, ਸੋਇਲ ਫਰੋਮ ਦਾ ਰੋਡ ਸਾਈਡ, ਸੜਕ ਦੇ ਕਿਨਾਰੇ ਤੋਂ ਲੈ ਲਈ, ਸੋਇਲ ਫਰੋਮ ਦਾ ਐਨੀਵੇਅਰ ਕੰਸਟਰਕਸ਼ਨ ਇਜ਼ ਗੋਇੰਗ ਔਨ, ਕਿ ਮਿੱਟੀ ਜਿਹੜੀ ਜਗ੍ਹਾ 'ਤੇ ਕੋਈ ਕੰਸਟਰਕਸ਼ਨ ਯਾਨੀ ਕਿ ਕੋਈ ਘਰ ਬਣ ਰਿਹਾ ਵਾ ਜਾਂ ਕੁਛ ਫੈਕਟਰੀ ਜਾਂ ਕੁਛ ਵੀ ਬਣ ਰਿਹਾ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉੱਥੋਂ, ਜਾਂ ਹੋਰ ਕਿਸੇ ਕੰਮ ਦੇ ਲਈ ਜਿਹੜੀ ਮਿੱਟੀ ਆ, ਜਿਵੇਂ ਕੋਈ ਪੈਲੀ ਦੀ ਮਿੱਟੀ ਆ, ਫੀਲਡ ਦੇ ਵਿੱਚ ਜਿਹੜੀ ਮਿੱਟੀ ਹੁੰਦੀ ਆ, ਉਹਨਾਂ ਜਗ੍ਹਾਵਾਂ ਤੋਂ ਅਸੀਂ ਮਿੱਟੀ ਦੇ ਵੱਖੋ ਵੱਖਰੇ ਸੈਂਪਲਸ ਲੈ ਲਾਂਗੇ. ਫਿਰ ਉਹ 'ਚ ਅਸੀਂ ਦੇਖਾਂਗੇ ਕਿ ਵਾਕਿਆ ਹੀ ਉਹਦੇ ਵਿੱਚ ਪਲਾਂਟਸ ਵੀ ਹੋਣਗੇ. ਜਿਵੇਂ ਅਸੀਂ ਮੰਨ ਲਓ ਗਾਰਡਨ ਸੋਇਲ ਲਈਏ ਅਤੇ ਉਹਨੂੰ ਅਸੀਂ ਦੇਖਾਂਗੇ ਕਿ ਉਹਦੇ ਵਿੱਚ ਗਰਾਸ ਵੀ ਹੋਏਗਾ, ਉਹਦੇ ਵਿੱਚ ਲੀਵਸ ਹੋਣਗੇ, ਟਵਿਗਸ ਹੋਣਗੇ, ਟਵਿਗਸ ਯਾਨੀ ਕਿ ਟਹਿਣੀਆਂ ਵਗੈਰਾ ਕੁਛ ਵੀ ਟੁੱਟੀਆਂ ਹੋਈਆਂ. ਫਿਰ ਐਨੀਮਲਸ, ਉਹਦੇ 'ਚ ਕੀੜੀਆਂ ਹੋਣਗੀਆਂ, ਆਂਟਸ ਜਾਂ ਅਰਥਵਾਰਮ ਹੋ ਸਕਦਾ ਵਾ, ਜਾਂ ਹੋਰ ਬਹੁਤ ਛੋਟੇ ਮੋਟੇ ਇਨਸੈਕਟਸ ਜਿਹੜੇ ਆ ਉਹ ਹੋ ਸਕਦੇ ਆ. ਅਤੇ ਹੋਰ ਵੀ ਬਹੁਤ ਕੁਛ ਉਹਨਾਂ 'ਚ ਹੋ ਸਕਦਾ. ਜਿਵੇਂ ਮਿੱਟੀ ਦੇ ਵਿੱਚ ਕੋਈ ਜਿਵੇਂ ਮੰਨ ਲਓ ਗਾਰਡਨ ਦੇ ਵਿੱਚ ਜਿਵੇਂ
ਫਲਾਰਸ ਹੁੰਦੇ ਆ ਜਾਂ ਬਟਰਫਲਾਈਜ਼ ਆ, ਮਤਲਬ ਉਹ ਡੈੱਡ ਹੋ ਜਾਂਦੀਆਂ, ਉਹ ਵੀ ਚੀਜ਼ਾਂ ਮਿੱਟੀ ਦੇ ਵਿੱਚ ਸਾਨੂੰ ਮਿਲਦੀਆਂ, ਜਿਹੜੀ ਅਸੀਂ ਗਾਰਡਨ ਸੋਇਲ ਜਿਹਨੂੰ ਕਹਿੰਦੇ ਆ, ਬਗੀਚੇ ਵਾਲੀ ਮਿੱਟੀ। ਫਿਰ ਰੋਡ ਸਾਈਡ ਤੋਂ ਅਗਰ ਅਸੀਂ ਮਿੱਟੀ ਲੈਂਦੇ ਹਾਂ, ਅਤੇ ਰੋਡ ਸਾਈਡ ਤੋਂ ਆਪਾਂ ਨੂੰ ਪਤਾ ਕਿ ਰੋਡ ਦੇ ਕਿਨਾਰਿਆਂ 'ਤੇ ਜਿਹੜੀ ਮਿੱਟੀ ਆ ਉਹਦੇ 'ਚ ਸਾਨੂੰ ਕੋਈ ਕੰਕਰ ਪੱਥਰ, ਕਿਉਂਕਿ ਜਿਹੜੀ ਰੋਡ ਬਣੀ ਹੁੰਦੀ ਆ ਉਹ ਬਜਰੀ ਵਗੈਰਾ ਤੋਂ ਬਣੀ ਹੁੰਦੀ ਆ, ਅਤੇ ਮਿੱਟੀ ਘੱਟਾ ਇਹ ਸਾਰਾ ਕੁਝ ਸਾਨੂੰ ਉੱਥੇ ਮਿਲੇਗਾ। ਫਿਰ ਇਸੇ ਤਰ੍ਹਾਂ ਉਹਦੇ 'ਚ ਵੀ ਐਨੀਮਲਸ ਹੋਣਗੇ, ਕੋਈ ਕੀੜੀਆਂ ਜਾਂ ਕੀੜੇ ਜਾਂ ਕੁਛ ਵੀ, ਮਤਲਬ ਛੋਟੇ ਮੋਟੇ ਇਨਸੈਕਟਸ ਜਿਹੜੇ ਆ ਉਹ ਸਾਨੂੰ ਉਹਦੇ 'ਚ ਮਿਲਣਗੇ। ਇਸੇ ਤਰ੍ਹਾਂ ਜਿਹੜੀ ਅਸੀਂ ਕਿਸੇ ਕੰਸਟਰਕਸ਼ਨ ਸਾਈਟ ਤੋਂ ਲਵਾਂਗੇ, ਉਹਦੇ ਵਿੱਚੋਂ ਸਾਨੂੰ ਉਸ ਦੇ ਅਕੋਰਡਿੰਗ ਮਿਲੇਗਾ ਮਟੀਰੀਅਲ। ਜਿਵੇਂ ਕੰਸਟਰਕਸ਼ਨ ਦੇ ਦੌਰਾਨ ਬਜਰੀ, ਸੀਮੈਂਟ, ਇੱਟਾਂ ਦਾ ਜਿਹੜਾ ਪਾਊਡਰ ਹੁੰਦਾ, ਉਹ ਵਾਲਾ ਸਾਰਾ ਕੁਝ ਸਾਨੂੰ ਉਸ ਮਿੱਟੀ ਦੇ ਵਿੱਚੋਂ ਮਿਲੇਗਾ। ਕਿ ਜੇਕਰ ਅਸੀਂ, ਮਤਲਬ ਇਸ ਟੇਬਲ ਦਾ ਕੀ ਮਤਲਬ ਆ ਕਿ ਜੇਕਰ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਮਿੱਟੀ ਕਲੈਕਟ ਕਰਦੇ ਹਾਂ, ਅਤੇ ਉਹਦੇ ਵਿੱਚ ਸਾਨੂੰ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਵਾ ਉਹ ਮਿਲਦੀਆਂ ਵਾ। ਫਿਰ ਉਹਨੇ ਕਿਹਾ ਤੁਸੀਂ ਆਪਣੇ ਦੋਸਤਾਂ ਦੇ ਨਾਲ ਉਹਨੂੰ ਡਿਸਕਸ ਕਰੋ ਕਿ ਕੀ ਸੋਇਲ ਦੇ ਸੈਂਪਲਸ ਜਿਹੜੇ ਆ ਉਹ ਉਹਦੇ ਦੋਸਤਾਂ ਨੇ ਕਲੈਕਟ ਕੀਤੇ ਆ, ਉਹ ਸਿਮੀਲਰ ਟੂ ਦਾ ਵਨਸ ਕਲੈਕਟਡ ਬਾਈ ਯੂ, ਕਿ ਜਿਹੋ ਜਿਹੇ ਤੁਸੀਂ ਇਕੱਠੇ ਕੀਤੇ ਮਿੱਟੀ ਦੇ ਸੈਂਪਲ ਕੀ ਬਿਲਕੁਲ ਉਸੇ ਤਰ੍ਹਾਂ ਦੇ ਆ। ਫਿਰ ਬੂਝੋ ਅਤੇ ਪਹੇਲੀ ਜਿਹੜੇ ਆ ਉਹ ਉਸ ਮਿੱਟੀ ਨੂੰ ਬੜੇ ਤਰੀਕਿਆਂ ਦੇ ਨਾਲ ਯੂਜ਼ ਕਰਦੇ ਆ, ਕਿ ਉਹਦੇ ਨਾਲ ਖੇਡਦੇ ਆ ਮਿੱਟੀ, ਜਿਵੇਂ ਬੱਚੇ ਮਿੱਟੀ ਨੂੰ ਗਿੱਲਾ ਕਰਕੇ ਉਹਦੇ ਟੋਇਜ਼ ਬਣਾਉਂਦੇ ਆ, ਫਨ ਕਰਦੇ ਆ, ਉਹਦਾ ਘਰ ਬਣਾਉਂਦੇ ਆ, ਮਤਲਬ ਕਿ ਇਸ ਤਰ੍ਹਾਂ ਮਿੱਟੀ ਨੂੰ ਬਹੁਤ ਤਰੀਕਿਆਂ ਦੇ ਨਾਲ ਉਹ ਯੂਜ਼ ਕਰਦੇ ਆ। ਹੁਣ ਵੈਸੇ ਮਿੱਟੀ ਦੀਆਂ ਯੂਜ਼ਸ ਦੀ ਅਸੀਂ ਗੱਲ ਅੱਗੋਂ ਕਰਾਂਗੇ ਕਿ ਕੀ ਯੂਜ਼ਸ ਆ। ਜਿਵੇਂ ਆਪਾਂ ਪਹਿਲਾਂ ਵੀ ਥੋੜ੍ਹਾ ਜਿਹਾ ਕਰ ਚੁੱਕੇ ਹਾਂ ਕਿ ਮਿੱਟੀ ਜਿਹੜੀ ਪੌਦਿਆਂ ਦੇ ਲਈ ਬੜੀ ਜ਼ਰੂਰੀ ਆ। ਜੇ ਮਿੱਟੀ ਆ ਅਤੇ ਪੌਦੇ ਹੋਣਗੇ, ਜੇ ਪੌਦੇ ਹੋਣਗੇ ਅਤੇ ਹਿਊਮਨ ਬੀਇੰਗਸ ਹੋਣਗੇ। ਨਾਓ ਪੋਲੀਥੀਨ ਬੈਗਸ ਐਂਡ ਪਲਾਸਟਿਕਸ ਪਲਿਊਟ ਦਾ ਸੋਇਲ, ਕਿ ਜਿਹੜਾ ਪੋਲੀਥੀਨ ਬੈਗਸ ਆ ਜਾਂ ਪਲਾਸਟਿਕ ਆ ਇਹ ਮਿੱਟੀ ਨੂੰ ਪਲਿਊਟ ਕਰਦੇ ਆ। ਜਿਵੇਂ ਅਸੀਂ ਅਗਰ ਗੱਲ ਕੀਤੀ ਸੀ ਕਿ ਰੋਡ ਸਾਈਡ ਤੋਂ ਮਿੱਟੀ ਲਵਾਂਗੇ ਤਾਂ ਉਹਦੇ 'ਚੋਂ ਵੀ ਸਾਨੂੰ ਪੋਲੀਥੀਨ ਬੈਗਸ ਦੇ ਕੁਛ ਹਿੱਸੇ ਜਾਂ ਪਲਾਸਟਿਕ ਦੇ ਕੁਛ ਹਿੱਸੇ ਜਿਹੜੇ ਆ ਉਹ ਮਿਲ ਸਕਦੇ ਆ। ਹੁਣ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਵਾ ਸਾਡੀ ਮਿੱਟੀ ਨੂੰ ਪ੍ਰਦੂਸ਼ਿਤ ਕਰਦੀਆਂ ਵਾ, ਯਾਨੀ ਕਿ ਇਹ ਔਰਗੈਨਿਜ਼ਮ ਜਿਹੜੇ ਮਿੱਟੀ ਦੇ ਵਿੱਚ ਔਰਗੈਨਿਜ਼ਮ ਜੀਵ ਰਹਿੰਦੇ ਆ ਉਹਨਾਂ ਨੂੰ ਮਾਰ ਦਿੰਦੇ ਆ। ਕੌਣ? ਪੋਲੀਥੀਨ ਬੈਗਸ ਐਂਡ ਪਲਾਸਟਿਕਸ। ਫਿਰ ਇਸ ਕਰਕੇ ਜਿਹੜੀ ਡਿਮਾਂਡ ਆ ਕਾਹਦੀ ਕਿ ਪੋਲੀਥੀਨ ਬੈਗਸ ਅਤੇ ਪਲਾਸਟਿਕ ਨੂੰ ਬੈਨ ਕੀਤਾ ਜਾਣਾ ਚਾਹੀਦਾ ਵਾ, ਕਿਉਂਕਿ ਮਿੱਟੀ ਦੇ ਵਿੱਚ ਰਹਿੰਦੇ ਜੀਵ ਜਿਹੜੇ ਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ, ਮਿੱਟੀ ਨੂੰ ਇਹ ਪਲਿਊਟ ਕਰਦੇ ਆ, ਜਿਹਦੇ ਨਾਲ ਉਹ ਜਾਨਵਰ ਜਿਹੜੇ ਮਰ ਸਕਦੇ ਆ। ਅਤੇ ਕੁਛ ਹੋਰ ਸਬਸਟੈਂਸਿਸ, ਇਹਨਾਂ ਤੋਂ ਇਲਾਵਾ ਕੁਛ ਹੋਰ ਸਬਸਟੈਂਸਿਸ ਜਿਹੜੀਆਂ ਮਿੱਟੀ ਨੂੰ ਪਲਿਊਟ ਕਰਦੀਆਂ ਵਾ, ਜਾਂ ਨੰਬਰ ਆਫ ਵੇਸਟ ਪ੍ਰੋਡਕਟਸ, ਕੈਮੀਕਲਸ ਐਂਡ ਪੈਸਟੀਸਾਈਡਸ, ਯਾਨੀ ਕਿ ਵੇਸਟ ਪ੍ਰੋਡਕਟ ਕੋਈ ਵੀ ਵੇਸਟ, ਕੈਮੀਕਲ ਰਸਾਇਣਕ ਪਦਾਰਥ, ਪੈਸਟੀਸਾਈਡਸ ਜਿਹੜੇ ਪੈਸਟ ਨੂੰ, ਕੀੜੇ ਮਕੌੜਿਆਂ ਨੂੰ ਖ਼ਤਮ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੇ ਹਾਂ ਅਸੀਂ। ਇਹਨਾਂ ਸਾਰਿਆਂ ਨੂੰ ਅਗਰ ਅਸੀਂ ਜ਼ਮੀਨ 'ਚ ਮਿੱਟੀ ਦੇ ਵਿੱਚ ਪਾਉਣਾ ਵਾ ਅਤੇ ਉਹਨੂੰ ਸਾਨੂੰ ਪਹਿਲਾਂ ਕੀ ਕਰਨਾ ਚਾਹੀਦਾ ਵਾ, ਉਹਨੂੰ ਟਰੀਟ ਕਰਨਾ ਚਾਹੀਦਾ, ਯਾਨੀ ਕਿ ਉਹ ਜਿਹੜਾ ਵੇਸਟ ਪ੍ਰੋਡਕਟ ਜਾਂ ਕੈਮੀਕਲਸ ਆ ਦੈਟ ਸ਼ੁੱਡ ਬੀ ਟਰੀਟਡ, ਕਿ ਉਹਨਾਂ ਨੂੰ ਸਾਫ਼ ਕਰਕੇ ਫਿਰ ਮਿੱਟੀ ਦੇ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਵਾ। ਫਿਰ ਪੈਸਟੀਸਾਈਡਸ ਦਾ ਜਿਹੜਾ ਯੂਜ਼ ਆ ਦੈਟ ਸ਼ੁੱਡ ਬੀ ਮਿਨੀਮਾਈਜ਼ਡ, ਯਾਨੀ ਕਿ ਘੱਟ ਤੋਂ ਘੱਟ ਵਰਤੋਂ ਜਿਹੜੀ ਆ ਉਹ ਪੈਸਟੀਸਾਈਡ ਇਹ ਦਵਾਈਆਂ ਹੁੰਦੀਆਂ ਵਾ ਜਿਹੜੀਆਂ ਕੀੜੇ ਮਕੌੜਿਆਂ ਨੂੰ, ਪੈਸਟ ਨੂੰ, ਜਿਵੇਂ ਰੈਟਸ ਵਗੈਰਾ ਹੁੰਦੇ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਵਰਤੀਆਂ ਜਾਂਦੀਆਂ ਵਾ। ਨੈਕਸਟ ਸੋਇਲ ਪ੍ਰੋਫਾਈਲ, ਕਿ ਸੋਇਲ ਜਿਹੜੀ ਆ ਦੈਟ ਇਜ਼ ਕੰਪੋਜ਼ਡ ਆਫ ਡਿਸਟਿੰਕਟ ਲੇਅਰਸ, ਜਿਹੜੀਆਂ ਮਿੱਟੀ ਦੇ ਵਿੱਚ ਵੱਖੋ ਵੱਖਰੀਆਂ ਲੇਅਰਸ ਹੁੰਦੀਆਂ ਵਾ ਉਹਨਾਂ ਨੂੰ ਅਸੀਂ ਸੋਇਲ ਪ੍ਰੋਫਾਈਲ ਕਹਿ ਦਿੰਦੇ ਹਾਂ। ਹੁਣ ਇਹ ਇੱਕ ਐਕਟੀਵਿਟੀ ਦੇ ਰਾਹੀਂ ਅਸੀਂ ਦੇਖਾਂਗੇ ਕਿ ਕੁਛ ਮਿੱਟੀ ਲਵਾਂਗੇ, ਉਹਨੂੰ ਛੋਟੇ ਛੋਟੇ ਪੀਸਿਸ ਦੇ ਵਿੱਚ ਤੋੜ ਲਾਂਗੇ ਅਤੇ ਉਹਦਾ ਪਾਊਡਰ ਬਣਾ ਲਾਂਗੇ। ਫਿਰ ਇੱਕ ਗਲਾਸ ਟੰਬਲਰ ਲਵਾਂਗੇ, ਜਿਵੇਂ ਇੱਥੇ ਆਲਰੇਡੀ ਲਿਆ ਹੋਇਆ ਗਲਾਸ, ਇਹਦੇ ਵਿੱਚ ਪਾਣੀ ਲਵਾਂਗੇ ਅਤੇ ਪਾਣੀ ਦੇ ਵਿੱਚ ਉਸ ਮਿੱਟੀ ਨੂੰ ਅਸੀਂ ਘੋਲ ਦੇਵਾਂਗੇ। ਜਦੋਂ ਅਸੀਂ ਮਿੱਟੀ ਨੂੰ ਘੋਲਿਆ, ਸਟਿਰ ਕੀਤਾ, ਅਤੇ ਇਸ ਤਰ੍ਹਾਂ ਉਹਦੀਆਂ ਲੇਅਰਸ ਜਿਹੜੀਆਂ ਵਾ ਉਹ ਬਣ ਜਾਣਗੀਆਂ। ਹੁਣ ਜਿਹੜੀ ਸਭ ਤੋਂ ਭਾਰੀ ਚੀਜ਼ ਹੋਏਗੀ ਉਹ ਮਿੱਟੀ ਦੇ ਨੀਚੇ, ਪਾਣੀ ਦੇ ਨੀਚੇ ਬੈਠ ਜਾਏਗੀ। ਜਿਵੇਂ ਗ੍ਰੇਵਲ, ਕੋਈ ਬਜਰੀ ਵਗੈਰਾ ਜਿਹੜੀ ਆ ਉਹ ਹੋਏਗੀ ਤਾਂ ਉਹ ਸਭ ਤੋਂ ਨੀਚੇ ਬੈਠ ਜਾਏਗੀ। ਫਿਰ ਜੇ ਮਿੱਟੀ ਦੇ ਵਿੱਚ ਰੇਤ ਹੋਏਗੀ ਉਹ ਉਸ ਤੋਂ ਉੱਪਰ, ਮਤਲਬ ਜਿਹੜੀ ਚੀਜ਼ ਜ਼ਿਆਦਾ ਭਾਰੀ ਆ ਉਹ ਆਪਣੀ
ਵੇਟ ਦੇ ਅਕੋਰਡਿੰਗ ਸੈਟਲ ਲੇਅਰਸ ਉਹਦੀਆਂ ਬਣਦੀਆਂ ਜਾਂਦੀਆਂ। ਸਭ ਤੋਂ ਪਹਿਲਾਂ ਗ੍ਰੇਵਲ, ਫਿਰ ਸੈਂਡ, ਦੈਨ ਕਲੇ। ਕਲੇ ਹੁੰਦੀ ਬੜੀ ਚੀਕਣੀ ਬਰੀਕ ਮਿੱਟੀ ਜਿਹੜੀ ਹੁੰਦੀ ਆ। ਉਸ ਤੋਂ ਉੱਪਰ ਫਿਰ ਪਾਣੀ, ਅਤੇ ਪਾਣੀ ਤੋਂ ਵੀ ਹਲਕਾ ਫਿਰ ਕੀ ਆ, ਜਿਹੜੇ ਡੈਡ ਰੀਮੇਨਸ ਆਫ ਪਲਾਂਟਸ ਐਂਡ ਐਨੀਮਲਸ, ਯਾਨੀ ਕਿ ਕੋਈ ਪੱਤੇ ਆ ਜਾਂ ਕੋਈ ਮਰਿਆ ਜਾਨਵਰ ਆ, ਜਿਵੇਂ ਮਤਲਬ ਕੀੜੇ ਮਕੌੜੇ ਆ, ਜਿਵੇਂ ਕੋਈ ਬਟਰਫਲਾਈ ਆ ਜਾਂ ਕੀੜੀਆਂ ਵਾ, ਉਹ ਇਹਦੇ ਉੱਪਰ ਹੋ ਸਕਦੀਆਂ। ਉਹਨੂੰ ਕੀ ਕਹਿੰਦੇ ਆ? ਹਿਊਮਸ। ਹਿਊਮਸ ਦਾ ਕੀ ਮਤਲਬ ਹੁੰਦਾ ਵਾ? ਦਾ ਰੋਟਿੰਗ ਡੈਡ ਮੈਟਰ ਇਨ ਦਾ ਸੋਇਲ, ਯਾਨੀ ਕਿ ਮਿੱਟੀ ਦੇ ਵਿੱਚ ਜਿਹੜਾ ਖਰਾਬ ਮੈਟਰ ਆ, ਆਈਦਰ ਇਟ ਇਜ਼ ਆਫ ਪਲਾਂਟਸ ਔਰ ਐਨੀਮਲਸ, ਭਾਵੇਂ ਉਹ ਪੌਦੇ ਕੋਈ ਗਲੇ ਸੜੇ ਮਿੱਟੀ 'ਚ ਰਲੇ ਆ, ਜਾਂ ਜਿਹੜੇ ਐਨੀਮਲਸ ਆ, ਜਾਂ ਜਿਹੜੇ ਇਨਸੈਕਟ ਵਗੈਰਾ ਵਾ, ਉਹ ਮਿੱਟੀ ਦੇ ਵਿੱਚ ਰਲੇ ਹੋਏ ਆ, ਉਹਨੂੰ ਅਸੀਂ ਕੀ ਕਹਿੰਦੇ ਆ? ਹਿਊਮਸ। ਔਰ ਇਹ ਜਿਹੜੀ ਹਿਊਮਸ ਆ, ਇਹ ਮਿੱਟੀ ਨੂੰ ਬਹੁਤ ਜ਼ਿਆਦਾ ਉਪਜਾਊ ਕਰਦੀ ਆ। ਨਾਓ ਨੈਕਸਟ, ਕਿ ਮਿੱਟੀ ਬਣਦੀ ਕਿਵੇਂ ਆ? that is formed by the process that is named as weathering। ਹੁਣ ਕੀ ਹੈ ਇਹ ਪ੍ਰੋਸੈਸ ਵੈਦਰਿੰਗ? ਕਿ ਜਿਹਦੇ ਵਿੱਚ ਮਿੱਟੀ ਜਿਹੜੀ ਆ ਉਹ ਪੱਥਰਾਂ ਨੂੰ ਟੁੱਟ ਕੇ ਬਾਏ ਦਾ ਬ੍ਰੇਕਿੰਗ ਡਾਊਨ ਆਫ ਰੌਕਸ, ਜਿਹੜੀਆਂ ਵੱਡੀਆਂ ਵੱਡੀਆਂ ਚਟਾਨਾਂ ਵਾ, ਪੱਥਰ ਆ, ਉਹਨਾਂ ਨੂੰ ਤੋੜ ਕੇ, ਉਹਨਾਂ ਨੂੰ ਬ੍ਰੇਕ ਕਰਕੇ ਉਹ ਕਿਸ ਤਰ੍ਹਾਂ ਟੁੱਟਦੀਆਂ ਵਾ ਵੱਡੀਆਂ ਵੱਡੀਆਂ ਰੌਕਸ? ਬਾਏ ਦਾ ਐਕਸ਼ਨ ਆਫ ਵਿੰਡ, ਵਾਟਰ ਐਂਡ ਕਲਾਈਮੇਟ, ਯਾਨੀ ਕਿ ਤੇਜ਼ ਹਵਾਵਾਂ ਕਰਕੇ ਅਗਰ ਪਾਣੀ ਜਿਹੜਾ ਵਾ ਉਹ ਵੀ ਤੇਜ਼ੀ ਦੇ ਨਾਲ ਉਹਨਾਂ ਰੌਕਸ ਦੇ ਨਾਲ ਵੱਜਦਾ, ਅਤੇ ਜਿਹੜੀਆਂ ਰੌਕਸ ਆ ਉਹ ਭੁਰਦੀਆਂ ਵਾ। ਇਸੇ ਤਰ੍ਹਾਂ ਕਲਾਈਮੇਟ ਜ਼ਿਆਦਾ ਠੰਡਾ ਹੋ ਜੇ, ਜਲਵਾਯੂ ਜਾਂ ਜ਼ਿਆਦਾ ਗਰਮ ਹੋ ਜੇ, ਉਹਦੇ ਨਾਲ ਵੀ ਜਿਹੜੀਆਂ ਰੌਕਸ ਆ ਉਹਨਾਂ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਵਾ। ਔਰ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ? ਵੈਦਰਿੰਗ। ਕਿ ਮਿੱਟੀ ਜਿਹੜੀ ਉਹ ਕਿਵੇਂ ਬਣਦੀ ਆ? ਰੌਕਸ ਦੇ ਟੁੱਟਣ ਨਾਲ। ਅਤੇ ਰੌਕਸ ਕਿਵੇਂ ਟੁੱਟਦੀਆਂ ਵਾ? ਇਹ ਵਿੰਡ, ਵਾਟਰ ਐਂਡ ਕਲਾਈਮੇਟ, ਇਹਨਾਂ ਤਿੰਨਾਂ ਐਕਸ਼ਨਸ ਦੇ ਨਾਲ ਜਿਹੜੀਆਂ ਰੌਕਸ ਆ ਉਹ ਟੁੱਟ ਕੇ ਮਿੱਟੀ ਬਣਾਉਂਦੀਆਂ, ਜਿਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਵੈਦਰਿੰਗ। ਹੁਣ ਜਿਹੜੀ ਮਿੱਟੀ ਦੀ ਨੇਚਰ ਆ ਉਹ ਕਾਹਤੇ ਡਿਪੈਂਡ ਕਰਦੀ ਆ? ਕਿ ਕਿਹੜੀ ਕਿਸਮ ਦੀ ਰੌਕ ਤੋਂ ਉਹ ਬਣੀ ਆ, ਕਿਉਂਕਿ ਰੌਕਸ ਵੀ ਵੱਖੋ ਵੱਖਰੀ ਹੁੰਦੀਆਂ, ਜਿਵੇਂ ਮੈਟਾਮੋਰਫੋਸਿਸ ਰੌਕਸ ਹੁੰਦੀਆਂ, ਇਗਨੀਸ਼ੀਅਸ ਰੌਕਸ ਹੁੰਦੀਆਂ। ਇਸ ਤਰ੍ਹਾਂ ਜਿਹੜੀ ਰੌਕ ਤੋਂ ਮਿੱਟੀ ਬਣੀ ਹੋਈ ਆ, ਉਹਦੀ ਨੇਚਰ ਜਿਹੜੀ ਆ ਮਿੱਟੀ ਦੀ ਉਸ ਰੌਕ ਵਰਗੀ ਹੋਏਗੀ। ਐਂਡ ਦਾ ਟਾਈਪ ਆਫ ਵੈਜੀਟੇਸ਼ਨ ਦੈਟ ਗਰੋਜ਼ ਇਨ ਇਟ, ਅਤੇ ਜਿਹੜੀ ਪੌਦਾ ਜਿਹੜਾ ਵਾ ਉਹਦੇ ਵਿੱਚ ਉੱਗੇਗਾ, ਉਹਦੇ ਉੱਪਰ ਨਿਰਭਰ ਕਰਦੀ ਆ। ਹੁਣ ਸੋਇਲ ਪ੍ਰੋਫਾਈਲ ਦੀ ਡੈਫੀਨੇਸ਼ਨ ਕੀ ਹੈ ਐਗਜ਼ੈਕਟ? ਕਿ ਵਰਟੀਕਲ ਸੈਕਸ਼ਨ ਥਰੂ ਡਿਫਰੈਂਟ ਲੇਅਰਸ ਆਫ ਦਾ ਸੋਇਲ, ਯਾਨੀ ਕਿ ਮਿੱਟੀ ਦੀਆਂ ਪਰਤਾਂ, ਜਿਵੇਂ ਵਰਟੀਕਲ ਸੈਕਸ਼ਨ ਇਸ ਤਰ੍ਹਾਂ ਹੁੰਦਾ ਵਾ, ਹੌਰੀਜ਼ੋਂਟਲ ਇਸ ਤਰ੍ਹਾਂ ਹੁੰਦਾ ਵਾ। ਹੁਣ ਜਦੋਂ ਅਸੀਂ ਕਿਸੇ ਸੜਕ ਦੇ ਕਿਨਾਰੇ ਕੋਈ ਮਿੱਟੀ ਆ, ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਸਾਈਡ ਤੋਂ ਸਟੀਪ ਕੱਟਦੇ ਹਾਂ, ਅਤੇ ਉਹਦੇ ਨਾਲ ਸਾਨੂੰ ਮਿੱਟੀ ਦੀਆਂ ਅਲੱਗ-ਅਲੱਗ ਲੇਅਰਸ ਨਜ਼ਰ ਆਉਂਦੀਆਂ, ਉਹਨੂੰ ਅਸੀਂ ਵਰਟੀਕਲ ਸੈਕਸ਼ਨ ਕਹਿ ਦਿੰਦੇ ਹਾਂ। ਔਰ ਜਿਹੜਾ ਵਰਟੀਕਲ ਸੈਕਸ਼ਨ ਜਿਹਦੇ ਰਾਹੀਂ ਸਾਨੂੰ ਡਿਫਰੈਂਟ ਲੇਅਰਸ ਮਿੱਟੀ ਦੀਆਂ ਨਜ਼ਰ ਆਉਂਦੀਆਂ ਵਾ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਸੋਇਲ ਪ੍ਰੋਫਾਈਲ। ਨਾਓ we will discuss these layers in detail in next video. Thank you.